ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦਿਹਾੜਾ ਹੈ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੀ ਜੋ ਸ਼ਹਾਦਤ ਹੋਈ ਉਸ ਨੂੰ ਆਪਾਂ ਸਾਰਾ ਜਗਤ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਨੇ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਦਿੱਲੀ ਜਾ ਕੇ ਆਪਣੀ ਸ਼ਹਾਦਤ ਦਿੱਤੀ, ਤੇ ਜਦੋਂ ਉਹ ਇੱਥੋਂ ਗਏ ਤੇ ਸਾਰੇ ਜਿੰਨੇ ਵੀ ਸਿੱਖ ਸੰਗਤਾਂ ਸੀ, ਸਾਰਿਆਂ ਦੇ ਵਿੱਚ ਬੜਾ ਸੋਗ, ਬੜੇ ਮਰਨ ਵੈਰਾਗੀ ਹੋ ਗਏ ਉਹਨਾਂ ਦੇ ਜਾਣ ਦੇ ਨਾਲ। ਮਾਰੇ ਫਰਮਾਉਂਦੇ ਤੇਗ ਬਹਾਦਰ ਕੀ ਚਲਤ ਭਇਓ ਜਗਤ ਮੇ ਸੋਕ। ਵੀ ਜਾਣ ਦੇ ਨਾਲ ਜੀਵ ਸੀ ਜਿਹੜੇ ਗੁਰਮੁਖ ਸੰਗਤਾਂ, ਉਹਨਾਂ ਦਾ ਮਨ ਸੀ ਜਿਹੜਾ ਉਹਨਾਂ ਨੇ ਸੋਗ ਕੀਤਾ। ਤੇ ਮਾਰੇ ਸੱਚੇ ਪਾਤਸ਼ਾਹ ਫਿਰ ਸਾਨੂੰ ਜੋ ਭੇਦ, ਜੋ ਸਾਨੂੰ ਉਪਦੇਸ਼ ਉਹਨਾਂ ਨੇ ਦਿੱਤਾ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਨੇ ਆਪਾਂ ਨੂੰ ਵਾਰ ਵਾਰ ਗੁਰਬਾਣੀ ਗੁਰੂ ਵਿੱਚ ਇਹ ਸਮਝਾਇਆ ਕਿ ਜਿਹੜਾ ਸਰੀਰ ਹੈ ਇਹ ਨਾਸਵਾਨ ਹੈ, ਇਹ ਮਿਥਿਆ ਹੋਇਆ, ਇਹਨੇ ਸਦਾ ਨਹੀਂ ਰਹਿਣਾ। ਜਿਹੜਾ ਇਹਦੇ ਅੰਦਰ ਵਸਦਾ ਉਹਦੀ ਪਹਿਚਾਣ ਕਰੋ। ਮਾਰੇ ਫਰਮਾਉਂਦੇ ਸਾਧੂ ਇਹ ਤਨ ਮਿਥਿਆ ਜਾਣੋ।
जा भीतर जो राम वस्त है, साचो ताहि पहचान। कि ਜਿਹੜਾ ਇਹਦੇ ਭੀतर ਅੰਦਰ ਵਸਦਾ ਹੈ ਉਹਦੀ ਪਹਿਚਾਣ ਕਰੋ। ਇਹ ਸਰੀਰ ਹੈ ਜਿਹੜਾ ਇਹ ਮਿਥਿ ਹੈ, ਇਹ ਨਾਸਵਾਨ ਹੈ, ਤੇ ਜਿਹੜਾ ਅੰਦਰ ਵਸਦਾ ਉਹ ਨਾਸਵਾਨ ਨਹੀਂ ਹੈ। ਹੁਣ ਜਿਹੜੇ ਜੀਵ ਇਹ ਖੇਲ ਨੂੰ ਨਹੀਂ ਸਮਝਦੇ, ਨਹੀਂ ਜਿਨ੍ਹਾਂ ਨੂੰ ਸੋਝੀ ਅਗਿਆਨਤਾ ਬਸ, ਉਹ ਸਮਝਦੇ ਵੀ ਇਹ ਸਰੀਰ ਨੂੰ ਤਕਲੀਫ ਦੇ ਕੇ ਤੇ ਉਹਨਾਂ ਦੇ ਮਨ ਨੂੰ ਤਕਲੀਫ ਦੇ ਦੇਣਗੇ। ਹੁਣ ਉਹ ਤਾਂ ਆਪ ਮਾਲਕ ਦਾ ਰੂਪ ਸੀ ਤੇ ਜੀਵਾਂ ਨੂੰ ਭੇਦ ਨਹੀਂ ਹੁੰਦਾ ਵੀ ਜਿਹੜਾ ਅੰਦਰ ਵਸਦਾ ਹੈ ਉਹ ਕੋਈ ਮਰਨ ਵਾਲੀ ਚੀਜ਼ ਨਹੀਂ। ਉਸ ਨੂੰ ਤਲਵਾਰ ਦੇ ਨਾਲ ਕੱਟਿਆ ਨਹੀਂ ਜਾ ਸਕਦਾ, ਉਹਨੂੰ ਅੱਗ ਦੇ ਨਾਲ ਸਾੜਿਆ ਨਹੀਂ ਜਾ ਸਕਦਾ, ਉਸ ਨੂੰ ਦੇਗਿਆਂ ਦੇ ਵਿੱਚ ਉਬਾਲਿਆ ਨਹੀਂ ਜਾ ਸਕਦਾ, ਉਸ ਨੂੰ ਸੰਸਾਰ ਦੇ ਵਿੱਚ ਐਸਾ ਕੋਈ ਸ਼ਸਤਰ ਬਣੇ ਹੀ ਨਹੀਂ ਵੀ ਜਿਹਦੇ ਨਾਲ ਉਹਨੂੰ ਮਾਰਿਆ ਜਾ ਸਕੇ। ਕਿਉਂਕਿ ਜਿਹੜਾ ਸਾਡਾ ਮਨ ਉਹ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਪਰਮਾਤਮਾ ਵੀ ਪ੍ਰਕਾਸ਼ ਹੈ ਤੇ ਆਪਣਾ ਮਨ ਵੀ ਪ੍ਰਕਾਸ਼। ਸੋ ਇਸ ਕਰਕੇ ਜਿਵੇਂ ਪ੍ਰਕਾਸ਼ ਨੂੰ ਕੱਟਿਆ ਜਾਂ ਤੋੜਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਹੀ ਜਿਹੜਾ ਮਨ ਹੈ ਇਹ ਵੀ ਜਦੋਂ ਫਿਰ ਮਾਲਕ ਦੇ ਵਿੱਚ ਲੀਨ ਹੋ ਜਾਂਦਾ ਫਿਰ ਇਹਨੂੰ ਵੀ ਤੋੜਿਆ ਨਹੀਂ ਜਾ ਸਕਦਾ, ਇਹਨੂੰ ਵੀ ਕੱਟਿਆ ਨਹੀਂ ਜਾ ਸਕਦਾ, ਇਹਨੂੰ ਮਾਰਿਆ ਨਹੀਂ ਜਾ ਸਕਦਾ। ਇਹ ਸਦਾ ਵਾਸਤੇ ਅਵਿਨਾਸ਼ੀ ਹੋ ਜਾਂਦਾ। ਸੋ ਇਸ ਵਾਸਤੇ ਫਿਰ ਉਹਨਾਂ ਨੇ ਸਾਨੂੰ ਵਾਰ-ਵਾਰ ਗੁਰਬਾਣੀ 'ਚ ਇਹੋ ਸਮਝਾਇਆ ਗੁਰੂ ਤੇਗ ਬਹਾਦਰ ਜੀ ਨੇ ਕਿ ਇਹ ਜਿਹੜਾ ਸੰਸਾਰ ਹੈ ਇੱਕ ਸੁਪਨੇ ਦੇ ਨਿਆਈ ਹੈ। ਇਹ ਸਰੀਰ ਹੈ ਜਿਹੜਾ ਮਿਥਿਆ ਹੋਏ। ਉਹਨਾਂ ਨੇ ਆਖਿਆ ਵੀ ਇਸ ਤਰ੍ਹਾਂ ਵੀ ਜਿਵੇਂ ਪਾਣੀ ਦੇ ਵਿੱਚ ਬਲਬਲਾ ਬਣਦਾ ਹੈ ਤੇ ਉਹ ਹੀਰ ਫੁੱਟ ਜਾਂਦਾ, ਨਵੇਂ ਬਣੀ ਜਾਂਦੇ, ਅੱਗੇ ਗਾਂਹ ਦੀ ਗਾਂਹ ਜਾ ਕੇ ਫੁੱਟੀ ਜਾਂਦੇ। ਇਸੇ ਤਰ੍ਹਾਂ ਹੀ ਇਹ ਜਗਤ ਦੀ ਰਚਨਾ, ਨਵੇਂ ਆਈ ਜਾਂਦੇ, ਪੁਰਾਣੇ ਜਾਈ ਜਾਂਦੇ, ਆਈ ਜਾਂਦੇ ਜਾਈ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਰਮਾਉਂਦੇ ਜੈਸੇ ਜਲ ਤੇ ਬੁੱਧ ਅਵਜੇ ਵੈਨਸੇ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਵੀ ਜਗ ਦੀ ਰਚਨਾ ਇਸ ਤਰ੍ਹਾਂ ਜਿਵੇਂ ਪਾਣੀ ਦਾ ਬੁਲਬੁਲਾ, ਉਹਨੂੰ ਫਟਣ ਲੱਗੇ ਕਿੰਨੀ ਕੁ ਦੇਰ, ਕਿੰਨਾ ਕੁ ਸਮਾਂ ਲੱਗਦਾ, ਇਸੇ ਤਰ੍ਹਾਂ ਹੀ ਇਹ ਸਰੀਰ ਹੈ। ਸੋ ਇਸ ਵਾਸਤੇ ਫਿਰ ਉਹਨਾਂ ਨੇ ਕਿਤੇ ਆਖਿਆ ਵੀ ਇਹ ਪਾਣੀ ਦਾ ਬੁਲਬੁਲਾ, ਕਿਤੇ ਆਖਿਆ ਵੀ ਧੂਏ ਦਾ ਪਹਾੜ, ਬੱਦਲ ਦੀ ਛਾਂ ਆਖਿਆ ਵੀ ਬੱਦਲ ਦੀ ਛਾਂ ਕਿੰਨਾ ਕੁ ਸਮਾਂ ਰਹਿੰਦੀ, ਕੁਝ ਸਮੇਂ ਵਾਸਤੇ। ਇਸੇ ਤਰ੍ਹਾਂ ਹੀ ਕਹੋ ਨਾਨਕ ਜਗ ਜਾਨੋ ਮਿਥਿਆ, ਜਿਉਂ ਬਾਦਰ ਕੀ ਛਾਈ। ਇਹ ਬੱਦਲ ਦੀ ਪਰਛਾਵੇਂ, ਬੱਦਲਾਂ ਦੇ ਛਾਂ ਵਾਂਗੂ ਇਹ ਸਦਾ ਨਹੀਂ ਰਹਿਣਾ, ਕੁਝ ਸਮੇਂ ਵਾਸਤੇ ਮਿਥਿਆ। ਰੇਤ ਦੀ ਕੰਧ ਕਹਿ ਦਿੱਤਾ ਵੀ ਜਿਵੇਂ ਰੇਤੇ ਦੀ ਕੰਧ ਹੋਵੇ, ਉਹ ਕਿੰਨਾ ਕੁ ਸਮਾਂ ਰਹੇਗੀ, ਢਹਿਣਾ ਹੀ ਆ ਉਹਨੇ। ਇਸੇ ਤਰ੍ਹਾਂ ਹੀ ਇਹ ਸਰੀਰ ਨੂੰ ਫਿਰ ਮਹਾਰਾਜ ਨੇ ਵਾਰ-ਵਾਰ ਆਖਿਆ ਵੀ ਇਹ ਨਾਸਵਾਨ ਹੈ, ਜਗਤ ਵੀ ਨਾਸਵਾਨ, ਤੇ ਜਗਤ ਦੀ ਪ੍ਰੀਤ ਜਿਹੜੀ ਪ੍ਰੀਤ ਵੀ ਝੂਠੀ, ਤੇ ਮਾਇਆ ਵੀ ਝੂਠੀ। ਇਸ ਲਈ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਤੂੰ ਜਾਗ ਤੇ ਝੂਠ ਦੇ ਨਾਲ ਨਾ ਜੁੜਿਆ ਰਹੇ।
महाराज कहते जाग लिहो रे मना जाग लिहो, कहाँ गाफल सोया। जो तन उपजिया संग ही सो भी संग न होया। गुरु तेग बहादुर सच्चे पातशाह मन नूं कहंदे भी तू जाग सुता ना रहे, भी ये जिहड़ा तैनूं शरीर मिलिया इहने भी तेरा साथ नहीं देना, इहने भी तेरा साथ छड्ड जाना, ये भी इत्थे ही रह जाना है। ते होर तां तेरे नाल अगे जाना किहने, होर तां तेरा साथ देना किहने। बई ये जगत की प्रीत, जगत के मीत मित्र, ये सब झूठे ने। इसलिए महाराज कहते जग मीत न देखियो कोई, सगल जगत अपने सुख लाग्यो, दुख में संग न होई। महाराज कहते भी ये जगत दे विच असीं तां कोई मित्र देखे ही नहीं। भी जदों मुसीबत पैंदी, जदों दुख की घड़ी आउंदी ते सारी साथ छड्ड जांदे, कोई अगे नहीं जांदा नाल। तो इस वास्ते फिर कहंदे भी मालक नाल जुड़ो, परमात्मा दे ਉਹਦੀ ਬੰਦਗੀ ਕਰੋ, ਉਹਦਾ ਭਜਨ ਕਰੋ, ਨਹੀਂ ਤਾਂ ਉਹਦੀ ਬੰਦਗੀ, ਉਹਦੇ ਭਜਨ ਤੋਂ ਬਿਨਾਂ ਸਾਡਾ ਜੀਵਨ ਇਹ ਸਾਰਾ ਵਿਅਰਥ ਜਾ ਰਿਹਾ। ਤੇ ਸਾਡੇ ਸਾਰਿਆਂ ਦੇ ਮਨਾਂ ਨੂੰ ਜਿਵੇਂ ਸੰਤ ਕਹਿੰਦੇ ਤੇ ਗੁਰੂ ਤੇਗ ਬਹਾਦਰ ਜੀ ਸਾਧੂ ਕਹਿੰਦੇ, ਸਾਧ ਕਹਿ ਕੇ ਮਨਾਂ ਨੂੰ ਸੰਬੋਧਨ ਕਰਦੇ ਵੀ ਹੁਣ ਤੁਸੀਂ ਪਰਮਾਤਮਾ ਦੇ ਗੁਣ ਕਿਉਂ ਨਹੀਂ ਗਾਉਂਦੇ, ਉਹਦੀ ਆਰਾਧਨਾ ਕਿਉਂ ਨਹੀਂ ਕਰਦੇ, ਉਹਦਾ ਸਿਮਰਨ ਕਿਉਂ ਨਹੀਂ ਕਰਦੇ। ਉਹਦੇ ਸਿਮਰਨ ਤੋਂ ਬਿਨਾਂ, ਉਹਦੀ ਭਗਤੀ ਤੋਂ ਬਿਨਾਂ ਤੁਹਾਡਾ ਜੀਵਨ ਵਿਅਰਥ ਜਾ ਰਿਹਾ। ਮਾਏ ਫਰਮਾਉਂਦੇ ਸਾਧੂ ਗੋਬਿੰਦ ਕੀ ਗੁਣ ਗਾਵੋ, ਮਾਨਸ ਜਨਮ ਮੂਲਕ ਪਾਇਓ, ਬਿਰਥਾ ਕਾਹੇ ਗਵਾਹੋ। ਬਈ ਇਹ ਮਾਨਸ ਜਾਮਾ ਮਿਲਿਆ ਮੁੱਲ, ਜਿਹਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ, ਜਿਹਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਤੇ ਕਹਿੰਦੇ ਮਾਲਕ ਦੇ ਗੁਣਾਂ ਤੋਂ ਬਿਨਾਂ ਇਹ ਵਿਅਰਥ ਜਾ ਰਹੇ, ਉਹਦੇ ਸਿਮਰਨ ਤੋਂ ਬਿਨਾਂ ਇਹ ਵਿਅਰਥ ਜਾ ਰਹੇ। ਬਈ ਪਹਿਲਾਂ ਹੀ ਸਾਨੂੰ ਕਈ ਯੁੱਗ ਬੀਤ ਗਏ ਇਹ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ, ਤੇ ਹੁਣ ਸਤਿਗੁਰ ਕਹਿੰਦੇ ਜਨਮ ਮਿਲੇ ਆ, ਮਾਨਸ ਜਾਮਾ ਮਿਲੇ ਆ, ਹੁਣ ਵਾਰੀ ਮਿਲੀ ਪਰਮਾਤਮਾ ਨੂੰ ਮਿਲਣ ਵਾਸਤੇ। ਹੁਣ ਕਿਉਂ ਨਹੀਂ ਸਿਮਰਨ ਕਰਦੇ, ਕਿਉਂ ਨਹੀਂ ਉਹਦੇ ਗੁਣ ਗਾਉਂਦੇ। ਰਮਾਉਂਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਅ, ਸਿਮਰਤ ਕਹਾ ਨਹੀਂ। ਪਹਿਲਾਂ ਤਾਂ ਮਹਾਰਾਜ ਕਹਿੰਦੇ ਕਈ ਯੁੱਗ ਬੀਤ ਗਏ ਬਈ ਸਾਨੂੰ ਕਿਤੇ ਮਾਨਸ ਦੇ ਹੀ ਮਿਲੇ, ਮਾਨਸ ਜਾਮਾ ਮਿਲੇ, ਤੇ ਹੁਣ ਮਿਲੇ ਆ ਕਈਆਂ ਯੁੱਗਾਂ ਬਾਅਦ। ਤੇ ਇਹਦੇ ਵਿੱਚ ਜੇ ਹੁਣ ਅਸੀਂ ਨਹੀਂ ਸਿਮਰਨ ਕਰਦੇ, ਉਹ ਕਹਿੰਦੇ ਤਾਂ ਵਿਅਰਥ ਜਾ ਰਹੇ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਮਾਨਸ ਜਾਮੇ ਦਾ ਸਾਨੂੰ ਫੇਰ ਹੀ ਲਾਹਾ ਜੇ ਅਸੀਂ ਇਹਦੇ ਵਿੱਚ ਸਿਮਰਨ ਭਗਤੀ ਕਰਦੇ ਹਾਂ, ਨਹੀਂ ਤਾਂ ਇਹ ਸਾਡਾ ਜੀਵਨ ਸਾਰਾ ਹੀ ਵਿਅਰਥ ਜਾ ਰਿਹਾ। ਤਾਂਹੀਓ ਫਿਰ ਮਨ ਨੂੰ ਵਾਰ-ਵਾਰ ਸਮਝਾਉਂਦੇ ਵੀ ਹੁਣ ਤੂੰ ਮਾਲਕ ਦੀ ਟੇਕ ਲੈ, ਹੁਣ ਤੂੰ ਮਾਲਕ ਨਾਲ ਜੁੜ, ਪਰਮਾਤਮਾ ਦੇ, ਉਹਦੇ ਗੁਣ ਗਾ, ਉਹਦੀ ਭਗਤੀ ਕਰ, ਉਹਦਾ ਸਿਮਰਨ ਕਰ। ਹੁਣ ਜੇ ਅਸੀਂ ਮਾਲਕ ਦੀ ਬੰਦਗੀ ਕਰਾਂਗੇ, ਸਿਮਰਨ ਕਰਾਂਗੇ, ਤੇ ਉਹਨੇ ਸਾਡੀ ਇੱਜ਼ਤ ਪੱਤ ਰੱਖਣੀ ਮਨ ਦੀ। ਤਾਂਹੀਓ ਮਹਾਰਾਜ ਬੇਨਤੀ ਕਰਦੇ ਮਾਲਕ ਨੂੰ, ਹਰਜੂ ਰਾਖ ਲਿਹੋ ਪਤ ਮੇਰੀ,
ਜਮ ਕੋ ਤਰਾਸ ਭਇਓ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਕਿ ਅਸੀਂ ਜੇ ਸ਼ਰਨ ਲਈ ਹੈ ਤੇ ਤੇਰੀ ਮਾਲਕ ਦੀ ਸ਼ਰਨ 'ਚ, ਤੇ ਤੂੰ ਹੁਣ ਸਾਡੀ ਇੱਜ਼ਤ ਪੱਤ ਰੱਖ, ਤੇ ਉਹ ਸ਼ਰਨ ਪਿਆਂ ਦੀ ਇੱਜ਼ਤ ਰੱਖਦਾ। ਹੁਣ ਸ਼ਰਨ ਦੇ ਵਿੱਚ ਸਾਡਾ ਮਨ ਫੇਰ ਹੀ ਜਾਏਗਾ ਜੇ ਅਸੀਂ ਸਿਮਰਨ ਕਰਾਂਗੇ। ਜ਼ਿਆਦਾ ਕਿ ਸਿਮਰਨ ਨਹੀਂ ਕਰਦਾ, ਸਤ ਸੰਗਤ ਨਹੀਂ ਕਰਦਾ, ਇਹ ਸ਼ਰਨ 'ਚ ਜਾਂਦਾ ਨਹੀਂ। ਤੇ ਜਦ ਤੱਕ ਸ਼ਰਨ 'ਚ ਨਹੀਂ ਜਾਂਦਾ ਉਹਨਾਂ ਸਮਾਂ ਇਹ ਸੁਖੀ ਨਹੀਂ ਹੋ ਸਕਦਾ। ਇਸ ਲਈ ਮਹਾਰਾਜ ਕਹਿੰਦੇ ਸਾਧੂ ਰਾਮ ਸ਼ਰਨ ਵਿਸਰਾਮਾ। ਮਹਾਰਾਜ ਕਹਿੰਦੇ ਵੀ ਜੇ ਤਾਂ ਅਸੀਂ ਰਾਮ ਦੀ ਸ਼ਰਨ 'ਚ ਚਲੇ ਗਏ ਤੇ ਸਾਡਾ ਮਨ ਵਿਸ਼ਰਾਮ ਕਰ ਲਏਗਾ, ਸਾਡਾ ਮਨ ਰੁਕ ਜਾਏਗਾ। ਤੇ ਨਹੀਂ ਤਾਂ ਇਹ ਵਿਸ਼ਰਾਮ ਕਰਦਾ ਨਹੀਂ ਤਾਂ ਇਹ ਭੱਜਿਆ ਫਿਰਦਾ ਵਿਚਾਰਾਂ 'ਚ, ਫੁਰਨਿਆਂ 'ਚ ਆਰਾਮ ਹੁੰਦਾ ਹੀ ਨਹੀਂ ਹੈ। ਹਰ ਸਮੇਂ ਕਿਸੇ ਨਾ ਕਿਸੇ ਵਿਚਾਰਾਂ ਦੇ ਵਿੱਚ ਦੌੜੇ ਹੀ ਫਿਰਦਾ। ਉਹ ਇਸ ਲਈ ਫਿਰ ਮਨ ਨੂੰ ਕਹਿੰਦੇ ਜੇ ਤੂੰ ਵਿਸ਼ਰਾਮ ਕਰਨਾ ਚਾਹੁੰਦਾ ਤੇ ਰਾਮ ਦੀ ਸ਼ਰਨ 'ਚ ਆ ਜਾ। ਜੇ ਤੂੰ ਸਦਾ ਸੁਖੀ ਹੋਣਾ ਚਾਹੁੰਦਾ ਤੇ ਫਿਰ ਤੂੰ ਰਾਮ ਵਾਹਿਗੁਰੂ ਦੀ ਸ਼ਰਨ ਲੈ। ਮਾਰੇ ਫਰਮਾਉਂਦੇ ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਕਿ ਜਿਹੜਾ ਜੀਵ ਸਦਾ ਸੁਖੀ ਹੋਣਾ ਚਾਹੁੰਦਾ ਉਹ ਪਰਮਾਤਮਾ ਦੀ ਸ਼ਰਨ 'ਚ ਚਲਾ ਜਾਵੇ ਤੇ ਸਦਾ ਸੁੱਖ। ਹੁਣ ਸ਼ਰਨ ਦੇ ਵਿੱਚ ਸਾਡਾ ਮਨ ਫੇਰ ਜਾਂਦਾ ਜਦੋਂ ਇਹਨੂੰ ਗਿਆਨ ਹੁੰਦਾ, ਜਦੋਂ ਇਹਨੂੰ ਸੋਝੀ ਹੁੰਦੀ ਹੈ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਉਹਨਾਂ ਸਮਾਂ ਫਿਰ ਸਾਡਾ ਮਨ ਸ਼ਰਨ 'ਚ ਬਹਿੰਦਾ ਹੀ ਨਹੀਂ, ਇਹਨੂੰ ਸ਼ਰਨ ਦਾ ਪਤਾ ਹੀ ਨਹੀਂ। ਇਸ ਵਾਸਤੇ ਫਿਰ ਇਹਦੇ ਲਈ ਸਾਨੂੰ ਇਹ ਗੁਰੂ ਨੇ ਭੇਜ ਦੇਣਾ, ਗੁਰੂ ਨੇ ਸਮਝਾਉਣਾ। ਤਾਂਹੀਓ ਮਹਾਰਾਜ ਸਮਝਾਉਂਦੇ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿੰਸਾ ਨਹੀਂ ਚੁੱਕੇ, ਗੋਰੇ ਹੋ ਭੇਦ ਬਤਾਵੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਵੀ ਨਾਮ ਤੋਂ ਬਿਨਾ ਜੀਵਨ ਮੁਕਤ ਨਹੀਂ ਹੋ ਸਕਦਾ, ਤੇ ਭਗਤੀ ਤੋਂ ਬਿਨਾਂ ਸਾਡੇ ਮਨ ਦੇ ਸਹਿੰਸੇ ਫਿਕਰੇ ਖਤਮ ਨਹੀਂ ਹੁੰਦੇ। ਇਹ ਨਾਮ ਦਾ ਭੇਦ ਸਾਨੂੰ ਗੁਰੂ ਨੇ ਦੇਣਾ, ਗੁਰੂ ਤੋਂ ਬਿਨਾਂ ਸਾਨੂੰ ਭਗਤੀ ਦਾ ਭੇਦ ਨਹੀਂ ਆਉਂਦਾ ਕਿ ਭਗਤੀ ਹੈ ਕੀ ਹੈ, ਕਰਨੀ ਕਿਸ ਨੇ ਆ, ਤੇ ਕਿਵੇਂ ਭਗਤੀ ਕਰਨੀ, ਕਿੱਥੋਂ ਭਗਤੀ ਸ਼ੁਰੂ ਹੁੰਦੀ ਹੈ। ਇਹ ਸਾਨੂੰ ਸਾਰਾ ਭੇਦ ਗੁਰੂ ਨੇ ਦੇਣਾ, ਗੁਰੂ ਤੋਂ ਬਿਨਾਂ ਅਸੀਂ ਭਗਤੀ ਨਹੀਂ ਕਰ ਸਕਦੇ। ਤਾਂਹੀਓ ਮਹਾਰਾਜ ਕਹਿੰਦੇ ਭਗਤ ਬਿਨਾ ਸਹਿੰਸਾ ਨਹੀਂ ਚੁੱਕੇ, ਗੌਰੇ ਹੋ ਭੇਦ ਬਤਾਵੇ। ਵੀ ਭਗਤੀ ਤੋਂ ਬਿਨਾਂ ਸਾਡਾ ਸਹਿੰਸਾ ਨਹੀਂ ਖਤਮ ਹੁੰਦਾ, ਤੇ ਇਹ ਭੇਦ ਸਾਨੂੰ ਗੁਰੂ ਦੱਸਦਾ ਵੀ ਭਗਤੀ ਕਰਨੀ ਕਿਵੇਂ। ਨਹੀਂ ਤਾਂ ਜੀਵ ਨੂੰ ਭਗਤੀ ਦਾ ਭੇਦ ਹੀ ਨਹੀਂ ਵੀ ਭਗਤੀ ਕਿਵੇਂ ਕਰਨੀ ਹੈ, ਕਿਹਨੇ ਭਗਤੀ ਕਰਨੀ ਹੈ, ਕਿੱਥੇ ਜਾ ਕੇ ਭਗਤੀ ਕਰਨੀ ਹੈ, ਕਿਵੇਂ ਭਗਤੀ ਹੁੰਦੀ ਹੈ, ਕਿੱਥੋਂ ਸ਼ੁਰੂ ਹੁੰਦੀ ਹੈ। ਇਹ ਸਾਰਾ ਭੇਦ ਸਾਨੂੰ ਗੁਰੂ ਨਹੀਂ ਦੇਣਾ। ਉਹ ਆਪਾਂ ਨੂੰ ਸਮਝਾਉਂਦੇ ਵੀ ਸਾਡੀ ਭਗਤੀ ਹੀ ਨਾਮ ਤੋਂ ਸ਼ੁਰੂ ਹੁੰਦੀ, ਸਹਿਜ ਧੁਨ ਤੋਂ ਜੋ ਸਾਡੇ ਅੰਦਰ ਨਾਮ ਚੱਲ ਰਿਹਾ, ਉਥੋਂ ਸਾਡੀ ਭਗਤੀ ਜਿਹੜੀ ਹੈ ਭਗਤੀ ਸ਼ੁਰੂ ਹੁੰਦੀ। ਜਦੋਂ ਸਾਡੇ ਅੰਦਰ ਸਹਿਜ ਧੁਨ ਪ੍ਰਗਟ ਹੋ ਜਾਂਦੀ, ਸਾਡੀ ਸੁਰਤੀ ਉਹਦੇ ਸ਼ਬਦ ਦੇ ਨਾਲ ਜੁੜ ਜਾਂਦੀ ਹੈ, ਉਥੋਂ ਸਾਡੀ ਜਿਹੜੀ ਭਗਤੀ ਇਹ ਭਗਤੀ ਸ਼ੁਰੂ ਹੁੰਦੀ ਹੈ। ਭਗਤੀ ਹੁੰਦੀ ਸੇਵਾ ਸ਼ਬਦ ਗੁਰੂ ਦੀ, ਨਾਮ ਦੀ ਸੁਣ ਸੁਣ ਕੇ ਕੀਤੀ ਜਾਂਦੀ। ਮਹਾਰਾਜ ਕਹਿੰਦੇ ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਭਾਵੇ ਕੋਈ।
ਕਿ ਗੁਰੂ ਦੀ ਸੇਵਾ ਹੀ ਭਗਤੀ, ਤੇ ਭਗਤੀ ਵਿਰਲਾ ਕੋਈ ਕਰਦਾ, ਭੇਤ ਲੈਂਦਾ ਤੇ ਉਹ ਭਗਤੀ ਕਰਦੇ, ਨਹੀਂ ਤਾਂ ਭਗਤੀ ਦਾ ਜੀਵ ਨੂੰ ਪਤਾ ਹੀ ਨਹੀਂ ਭਗਤੀ ਹੈ ਕੀ। ਸੋ ਇਸ ਵਾਸਤੇ ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਤੁਸੀਂ ਭਗਤੀ ਕਰੋ, ਨਾਮ ਦੇ ਨਾਲ ਜੁੜੋ, ਸ਼ਬਦ ਗੁਰੂ ਨਾਲ ਜੁੜੋ, ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ। ਜਦੋਂ ਅਸੀਂ ਸ਼ਬਦ ਗੁਰੂ ਨਾਲ ਜੁੜ ਜਾਂਗੇ, ਸਾਡੀ ਟੁੱਟੀ ਹੋਈ ਗੰਢੀ ਜਾਏਗੀ, ਤੇ ਸ਼ਬਦ ਸਭ ਤੋਂ ਉੱਪਰ ਹੈ, ਉੱਚਾ ਹੈ ਨਾਮ। ਇਸੇ ਤਰ੍ਹਾਂ ਹੀ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਬੇ ਬਕਾਲੇ ਭੋਰੇ ਵਿੱਚ ਬੈਠੇ ਭਗਤੀ ਕਰ ਰਹੇ ਸੀ, ਨਾਮ ਦੇ ਵਿੱਚ ਲੀਨ ਹੋਏ ਸਮਾਏ ਬੈਠੇ ਸੀ, ਤੇ ਉਧਰੋਂ ਮੱਖਣ ਛੱਲ ਬਣ ਉਹਨਾਂ ਦਾ ਜਹਾਜ਼ ਡੁੱਬਣ ਲੱਗੇ। ਤੇ ਜਦੋਂ ਜਹਾਜ਼ ਡੁੱਬਣ ਲੱਗੇ, ਉਹਨਾਂ ਨੇ ਬੇਨਤੀ ਕੀਤੀ ਵੀ ਮੇਰਾ ਇਹ ਡੁੱਬਦਾ ਜਹਾਜ਼ ਕਿਨਾਰੇ ਲੱਗ ਜਾਵੇ। ਤੇ ਮਹਾਰਾਜ ਨਾਮ ਦੇ ਵਿੱਚ ਸਮਾਏ ਬੈਠੇ ਸੀ, ਤੇ ਜਦੋਂ ਉਹ ਨਾਮ 'ਚ ਸਮਾਏ ਸੀ, ਤੇ ਇੱਕ ਮੁਖੀ ਮਾਲਕ ਵੱਲੋਂ, ਪਰਮਾਤਮਾ ਵੱਲੋਂ ਇਹ ਬ੍ਰਹਿਮੰਡ ਦੇ ਵਿੱਚ ਥਾਪਿਆ ਜਾਂਦਾ। ਫਿਰ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਮੁਖੀ ਸੀ, ਤੇ ਜਦੋਂ ਉਹਨਾਂ ਨੇ ਬੇਨਤੀ ਕੀਤੀ, ਬੇਨਤੀ ਉਹਨਾਂ ਤੱਕ ਪਹੁੰਚੀ, ਤੇ ਉਹਨਾਂ ਨੇ ਫਿਰ ਉਹਨਾਂ ਦਾ ਜਿਹੜਾ ਡੁੱਬਦਾ ਜਹਾਜ਼ ਸੀ ਉਹ ਕਿਨਾਰੇ ਲਾਇਆ। ਸੂਖਮ ਰੂਪ ਦੇ ਵਿੱਚ ਆ ਕੇ ਉਹਨਾਂ ਦੀ ਮਦਦ ਕੀਤੀ। ਸਰੀਰ ਤਾਂ ਉੱਥੇ ਹੀ ਸੀ ਭੋਰੇ ਦੇ ਵਿੱਚ, ਸੂਖਮ ਰੂਪ ਵਿੱਚ ਫਿਰ ਗੁਰਮੁਖ ਮਦਦ ਕਰਦੇ। ਤੇ ਮੱਖਣ ਛੱਲ ਵਾਣੇ ਨੂੰ ਸੂਖਮ ਰੂਪ ਵਿੱਚ ਉਹਨਾਂ ਦੇ ਦਰਸ਼ਨ ਹੋਏ, ਕਿਉਂਕਿ ਜਦੋਂ ਸਾਡੀ ਸੁਰਤੀ, ਸਾਡਾ ਮਨ ਇਕਾਗਰ ਹੁੰਦਾ ਹੈ, ਪਾਰਦਰਸ਼ੀ ਹੋ ਜਾਂਦਾ ਹੈ। ਤੇ ਮਨ ਦੋ ਤਰੀਕਿਆਂ ਦੇ ਨਾਲ ਇਕਾਗਰ ਹੁੰਦਾ, ਜਾਂ ਪ੍ਰੇਮ ਦੇ ਨਾਲ ਤੇ ਜਾਂ ਡਰ ਦੇ ਨਾਲ। ਜਦੋਂ ਸਾਹਮਣੇ ਮੌਤ ਖੜੀ ਹੋਵੇ ਤੇ ਵਿਚਾਰ ਵੀ ਰੁਕ ਜਾਂਦੇ, ਫੁਰਨੇ ਵੀ ਰੁਕ ਜਾਂਦੇ। ਹੁਣ ਉਹਨਾਂ ਦੇ ਵਿਚਾਰ ਇੱਕਦਮ ਰੁਕ ਗਏ। ਜਦੋਂ ਦੇਖਿਆ ਜਹਾਜ਼ ਡੁੱਬਣ ਲੱਗੇ, ਸਾਹਮਣੇ ਮੌਤ ਹੈ, ਤੇ ਵਿਚਾਰ ਉੱਥੇ ਕਿੱਥੇ ਆਉਂਦਾ, ਫੁਰਨਾ ਤਾਂ ਉੱਦਾਂ ਹੀ ਨਹੀਂ ਆਉਂਦਾ। ਜਦੋਂ ਉਹਨਾਂ ਦੇ ਵਿਚਾਰ ਰੁਕੇ ਤੇ ਮਨ ਪਾਰਦਰਸ਼ੀ ਹੋ ਗਿਆ, ਤੇ ਉਹਨਾਂ ਨੂੰ ਦਿਸੇ ਗੁਰੂ ਤੇਗ ਬਹਾਦਰ ਜੀ ਵੀ ਉਹਨਾਂ ਨੇ ਫਿਰ ਉਹਨਾਂ ਦਾ ਜਿਹੜਾ ਜਹਾਜ਼ ਸੀ ਉਹ ਬੰਨੇ ਲਾ ਦਿੱਤਾ ਕਿਨਾਰੇ। ਤੇ ਉਹਨਾਂ ਨੇ ਫਿਰ ਸ਼ੁਕਰਾਨੇ ਵਜੋਂ ਜੋ ਉਹਨਾਂ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਸੀ, ਫਿਰ ਉਹ ਗੁਰੂ ਨੂੰ ਲੱਭਣ ਵਾਸਤੇ ਫਿਰ ਬਾਬੇ ਬਕਾਲੇ ਆਏ। ਤੇ ਉਹਨਾਂ ਨੇ ਦੇਖਿਆ ਵੀ ਹੋਰ ਵੀ ਬਹੁਤ ਗੁਰੂ ਬਣੇ ਬੈਠੇ, ਵੀ ਕਿੰਨੇ ਜੀਵ ਬਾਹਰ ਬੈਠੇ ਮੰਜੀਆਂ ਡਾਹੀ, ਵੀ ਉਹਨਾਂ ਨੇ ਆਖਿਆ ਵੀ ਇਹ ਗੁਰੂ ਨੇ, ਇਹ ਗੁਰੂ ਨੇ। ਹੁਣ ਉਹਨਾਂ ਨੇ ਉਹਨਾਂ ਨੂੰ ਦੇਖਿਆ ਹੋਇਆ ਸੀ ਸੂਖਮ ਰੂਪ ਦੇ ਵਿੱਚ, ਕਿਉਂਕਿ ਜਿਹੜਾ ਸੂਖਮ ਹੁੰਦਾ ਉਹ ਸਰੀਰ ਵਰਗਾ ਹੀ ਹੁੰਦਾ। ਜਿਵੇਂ ਆਪਾਂ ਰਾਤ ਨੂੰ ਸੁਪਨਾ ਦੇਖਦੇ ਹਾਂ, ਸੁਪਨੇ ਦੇ ਵਿੱਚ ਜਿਹੜਾ ਚੱਲਦਾ ਫਿਰਦਾ ਘੁੰਮਦਾ ਉਹ ਸਰੀਰ ਵਰਗਾ ਹੀ ਹੁੰਦਾ। ਉਹ ਮਨ ਦੇ ਉੱਤੇ ਸੂਖਮ ਆਕਾਰ ਦਿੱਤਾ ਹੋਇਆ। ਹੁਣ ਉਹਨਾਂ ਨੇ ਸੂਖਮ ਰੂਪ 'ਚ ਦੇਖਿਆ ਹੋਇਆ ਸੀ ਵੀ ਇਹਨਾਂ ਦੇ ਵਿੱਚੋਂ ਤਾਂ ਕੋਈ ਹੈ ਨਹੀਂ, ਇਹਨਾਂ ਦੀ ਤਾਂ ਸ਼ਕਲ ਮਿਲਦੀ ਨਹੀਂ ਉਹਨਾਂ ਦੇ ਨਾਲ। ਤੇ ਉਹਨਾਂ ਨੇ ਫਿਰ ਪੁੱਛਿਆ ਵੀ ਕੋਈ ਹੋਰ ਵੀ ਹੈ ਇੱਥੇ, ਤੇ ਫਿਰ ਉਹ ਕਿਸੇ ਨੇ ਦੱਸਿਆ ਵੀ ਇੱਕ ਭੋਰੇ 'ਚ ਬੈਠੇ ਨੇ। ਤੇ ਜਦੋਂ ਮੱਖਣ ਛੱਲ ਵਾਣਾ ਉੱਥੇ ਗਏ, ਤੇ ਉਹਨਾਂ ਨੇ ਭੋਰੇ 'ਚ ਜਦੋਂ ਜਾ ਕੇ ਦੇਖੇ, ਦਰਸ਼ਨ ਕੀਤੇ, ਤੇ ਉਦੋਂ ਹੀ ਪਹਿਚਾਣ ਲਿਆ ਉਹਨਾਂ ਨੇ ਵੀ ਇਹੀ ਨੇ, ਵੀ ਇਹਨਾਂ ਨੇ ਮਦਦ ਕੀਤੀ। ਫਿਰ ਉਹਨਾਂ ਨੇ ਉੱਪਰ ਚੜ੍ਹ ਕੇ ਰੌਲਾ ਪਾ ਦਿੱਤਾ ਵੀ ਗੁਰੂ ਲੱਭ ਗਏ ਨੇ।
ਤੇ ਜਿਹੜੇ ਉਸ ਸਮੇਂ ਬਾਹਰ ਨਕਲੀ ਗੁਰੂ ਬਣੇ ਬੈਠੇ ਸੀ ਤੇ ਉਹਨਾਂ ਨੇ ਉਸ ਸਮੇਂ ਗੋਲੀ ਚਲਾ ਦਿੱਤੀ। ਮਹਾਰਾਜ ਦੀ ਦਸਤਾਰ ਨੂੰ ਲਾ ਕੇ ਲੰਘੀ ਤੇ ਜਿਹੜੇ ਮੱਖਣ ਛੱਲ ਬਾਣਾ ਤੇ ਉਹਨਾਂ ਦੇ ਸੰਗੀ ਸਾਥੀ ਸੀ ਉਹਨਾਂ ਨੇ ਉੱਥੇ ਉਹਨਾਂ ਨੂੰ ਫਿਰ ਕਵਰ ਕਰ ਲਿਆ। ਤੇ ਫਿਰ ਮਹਾਰਾਜ ਨੇ ਵਿਚਾਰ ਬਣਾਈ ਵੀ ਹਰਿਮੰਦਰ ਸਾਹਿਬ ਜਾ ਕੇ ਵੀ ਜੀਵਾਂ ਨੂੰ ਸੰਗਤਾਂ ਨੂੰ ਵੀ ਜੋ ਇਹ ਸੱਚ ਤੇ ਨਾਮ ਦਾ ਭੇਤ ਗੁਰੂ ਨਾਨਕ ਦੇ ਘਰ ਦਾ ਵੀ ਉੱਥੇ ਜੀਵ ਸੰਗਤਾਂ ਆਉਂਦੇ ਵੀ ਉੱਥੋਂ ਜਾ ਕੇ ਸੱਚ ਤੇ ਨਾਮ ਦਾ ਪ੍ਰਚਾਰ ਸ਼ੁਰੂ ਕਰਨਗੇ। ਤੇ ਉਹ ਜਿਹੜੇ ਉੱਥੇ ਗੁਰੂ ਬਣੇ ਬੈਠੇ ਸੀ ਉਹਨਾਂ ਨੇ ਪਹਿਲਾਂ ਹੀ ਉੱਥੇ ਸੰਦੇਸ਼ੇ ਭੇਜ ਦਿੱਤੇ ਵੀ ਇਹਨਾਂ ਨੂੰ ਅੰਦਰ ਨਾ ਵੜਨ ਦਿੱਤਾ ਜਾਵੇ ਤੇ ਉਹਨਾਂ ਨੇ ਪਹਿਲਾਂ ਹੀ ਅੰਦਰੋਂ ਦਰਵਾਜ਼ੇ ਬੰਦ ਕਰ ਲਏ ਤੇ ਮਹਾਰਾਜ ਨੂੰ ਅੰਦਰ ਹੀ ਨਾ ਪ੍ਰਵੇਸ਼ ਹੋਣ ਦਿੱਤਾ। ਤੇ ਫਿਰ ਮਹਾਰਾਜ ਬਾਹਰ ਹੀ ਨਮਸਕਾਰ ਕਰਕੇ ਵੀ ਆਪਾਂ ਦੁਬਦਾ 'ਚ ਨਹੀਂ ਪੈਣਾ। ਫਿਰ ਉਹ ਪਟਨਾ ਸਾਹਿਬ ਚਲੇ ਗਏ। ਜਾਣੀ ਦੀ ਫਿਰ ਜਦੋਂ ਇਹਨਾਂ ਨੂੰ ਇਹ ਗੁਰੂ ਦੀ ਪਦਵੀ ਮਿਲੀ ਤੇ ਦੁਬਦਾ ਉਦੋਂ ਤੋਂ ਹੀ ਚੱਲਦੀ ਆ ਰਹੀ ਵੀ ਉਸ ਸਮੇਂ ਵੀ ਦੇਖੋ ਕੋਈ ਜ਼ਿਆਦਾ ਸਮਾਂ ਨਹੀਂ ਸੀ ਹਜੇ ਹੋਇਆ। ਗੁਰੂ ਸਾਹਿਬ ਹਜੇ ਦੇਹ ਦੇ ਵਿੱਚ ਹੀ ਆਕਾਰ ਦੇ ਵਿੱਚ ਹੀ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਤੇ ਫਿਰ ਵੀ ਜੀਵ ਨੇ ਉਹਨਾਂ ਨੂੰ ਉੱਥੇ ਪ੍ਰਵੇਸ਼ ਨਾ ਹੋਣ ਦਿੱਤਾ। ਤੇ ਮਹਾਰਾਜ ਫਿਰ ਦੁਬਦਾ ਤੋਂ ਉੱਪਰ ਉੱਠਦੇ ਹੋਏ ਸੱਚ ਤੇ ਨਾਮ ਦਾ ਭੇਦ ਦਿੰਦੇ ਦਿੰਦੇ ਜੀਵਾਂ ਨੂੰ ਉੱਥੇ ਜਾ ਕੇ ਵਸ ਗਏ। ਫਿਰ ਸਮਾਂ ਕੁਝ ਪਿਆ ਤੇ ਫਿਰ ਅਨੰਦਪੁਰ ਸਾਹਿਬ ਉੱਥੇ ਆਏ। ਉਹ ਜਾਣੀ ਦੀ ਉਹਨਾਂ ਨੇ ਫਿਰ ਜੋ ਸਾਨੂੰ ਉਪਦੇਸ਼ ਦਿੱਤਾ ਜੋ ਸਾਨੂੰ ਭੇਦ ਦਿੱਤਾ ਵੀ ਇਹ ਜਿਹੜਾ ਸਰੀਰ ਹੈ ਇਹ ਨਾਸਵਾਨ ਹੈ ਜਿਹੜਾ ਇਹਦੇ ਅੰਦਰ ਵਸਦਾ ਵੀ ਉਹਦੀ ਪਹਿਚਾਣ ਕਰੋ ਮਨ ਦੀ। ਮਨ ਜਿਹੜਾ ਸੁੱਤਾ ਹੋਇਆ ਉਹਨੂੰ ਜਗਾਓ ਵੀ ਇਹ ਜਿਹੜਾ ਸੰਸਾਰ ਦੇ ਵਿੱਚ ਇਹ ਅਗਿਆਨਤਾ ਵਸ ਹੋ ਕੇ ਮਨ ਸੁੱਤੇ ਹੋਣ ਕਰਕੇ ਇਹ ਮਨ ਭਰਮ 'ਚ ਪਏ ਹੋਣ ਕਰਕੇ ਤਾਂਹੀਓ ਇਹ ਦੁਬਦਾ ਦੇ ਵਿੱਚ ਪਏ ਹੋਏ ਨੇ, ਵੈਰ ਵਿਰੋਧ 'ਚ ਪਏ ਨੇ। ਤੇ ਵੈਰ ਵਿਰੋਧ 'ਚ ਜੀਵ ਪਿਆ ਹੋਇਆ ਇਹ ਸੰਸਾਰ ਦੇ ਵਿੱਚ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ। ਉਹਨਾਂ ਨੇ ਸਾਨੂੰ ਜੋ ਸਮਝਾਇਆ ਫਿਰ ਇਹ ਪ੍ਰੇਮ ਦਾ ਖੇਲ ਪਿਆਰ ਦਾ ਵੀ ਜੇ ਅਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਪ੍ਰੇਮ ਦਾ ਮਾਰਗ ਪ੍ਰੇਮ ਦਾ ਖੇਲ ਹੈ। ਤਾਂਹੀਓ ਫਿਰ ਆਪਾਂ ਨੂੰ ਉਹਨਾਂ ਨੇ ਸਮਝਾਇਆ ਵੀ ਇਹ ਜਿਹੜਾ ਸੰਸਾਰ ਮਾਇਆ ਦਾ ਪਿਆਰ ਹੀ ਝੂਠਾ ਹੈ ਤੇ ਜਿਹੜੀ ਮਾਲਕ ਦੇ ਨਾਲ ਪ੍ਰੀਤ ਇਹੋ ਸੱਚੀ ਹੈ ਜਿਹੜੀ ਸਾਡੇ ਨਾਲ ਤੋੜ ਨਿਭਦੀ ਹੈ। ਤਾਂਹੀਓ ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁੱਖ ਸਿਉ ਹੀ ਸਭ ਲਾਗੇ ਉਹ ਕਿਆ ਦਾਰਾ ਕਿਆ ਮੀਤ। ਵੀ ਇਹ ਸੰਸਾਰ ਦੀ ਪ੍ਰੀਤ ਝੂਠੀ ਇੱਥੇ ਜੀਵ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ। ਇੱਥੋਂ ਕੋਈ ਵੀ ਅੱਗੇ ਮਨ ਦਾ ਸੰਗੀ ਸਾਥੀ ਨਹੀਂ ਬਣਦਾ, ਕੋਈ ਤੋੜ ਨਿਭਾਉਣ ਵਾਲਾ ਨਹੀਂ ਹੈ। ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਕੰਮ ਆਉਂਦਾ ਔਖੇ ਵੇਲੇ। ਤਾਂਹੀਓ ਸਤਿਗੁਰੂ ਕਹਿੰਦੇ ਅੰਤ ਵਾਰ ਨਾਨਕ ਬਿਨ ਹਰਿ ਜੀ ਕੋ ਗਾਮ ਨਾ ਆਇਓ ਵੀ ਮਾਲਕ ਤੋਂ ਬਿਨਾਂ ਅੰਤ ਸਮੇਂ ਕਿਸੇ ਨੇ ਵੀ ਸਾਡੇ ਮਨ ਦੇ ਕੰਮ ਨਹੀਂ ਆਉਣਾ, ਕਿਸੇ ਨੇ ਅੱਗੇ ਸਹਾਈ ਨਹੀਂ ਹੋਣਾ। ਤੇ ਜਿਹਨੇ ਸਹਾਈ ਹੋਣਾ ਮਨ ਨੂੰ ਕਹਿੰਦੇ ਵੀ ਤੂੰ ਉਹਦੇ ਨਾਲ ਜੁੜ ਜਾ, ਉਹਦਾ ਪੱਲਾ ਫੜ ਲਾ, ਜਿਉਂਦੇ ਜੀ ਮਾਲਕ ਦੇ ਨਾਲ ਮਿਲਾਪ ਕਰ ਲੈ। ਉਹਨਾਂ ਨੇ ਫਿਰ ਆਪਾਂ ਨੂੰ ਸਮਝਾਇਆ ਵੀ ਇਹ ਜਗਤ ਦੀ ਪ੍ਰੀਤ ਝੂਠੀ ਹੈ, ਜਗਤ ਝੂਠਾ, ਇਹਦੀ ਜਿਹੜੀ ਔਸਤ ਇਹ ਔਸਤ ਵੀ ਝੂਠੀ, ਨਿੰਦਿਆ ਵੀ ਝੂਠੀ। ਵੀ ਇਹਨਾਂ ਦੋਵਾਂ ਤੋਂ ਉੱਪਰ ਉੱਠਦੇ ਹੋਏ
ਜੇ ਅਸੀਂ ਮਾਲਕ ਦੇ ਗੁਣ ਗਾਈਏ ਤੇ ਫਿਰ ਅਸੀਂ ਨਿਰਵਾਣ ਪਦ ਨੂੰ ਪ੍ਰਾਪਤ ਹੋ ਸਕਦੇ। ਮਾਰੇ ਦਸਣ ਲਗੇ ਉਸਤਤ ਨਿੰਦਾ, ਦਉ ਤੇ ਆਗੇ ਖੋਜੇ ਪਦ ਨਿਰਵਾਣਾ। ਹਰਖ ਸੋਗ ਤੇ ਰਹੇ ਨਿਆਰਾ, ਨਾਹੀ ਮਾਣ ਅਪਮਾਨਾ। ਬਈ ਜਿਹੜੇ ਗੁਰਮੁਖੀ ਇਸ ਅਵਸਥਾ 'ਚ ਚਲੇ ਗਏ, ਉਸਤਤ ਨਿੰਦਾ ਦੋਹੀਂ ਤਿਆਗ ਦਿੱਤੀ, ਮਾਣ ਅਪਮਾਨ ਦੋਵੇਂ ਹੀ ਛੱਡ ਦਿੱਤੇ। ਬਈ ਜੇ ਕੋਈ ਅਪਮਾਨ ਕਰਦਾ ਤਾਂ ਵੀ ਕੋਈ ਫਰਕ ਨਹੀਂ, ਜੇ ਕੋਈ ਮਾਣ ਦਿੰਦਾ ਤਾਂ ਵੀ ਕੋਈ ਫਰਕ ਨਹੀਂ। ਫਿਰ ਉਹਨੂੰ ਕਹਿੰਦੇ ਵੀ ਉਹ ਜੀਵਨ ਮੁਕਤ ਨੇ, ਜਿਹਨੂੰ ਇਸ ਸੰਸਾਰ ਦਾ ਮਾਣ ਅਪਮਾਨ, ਦੁੱਖ ਸੁੱਖ, ਹਰਖ ਸੋਗ ਜਿਹਦੇ ਉੱਤੇ ਅਸਰ ਨਹੀਂ ਕਰਦਾ। ਇਸ ਲਈ ਮਹਾਰਾਜ ਕਹਿੰਦੇ ਦੁੱਖ ਸੁੱਖ ਇਹ ਵਾਧੇ ਜੇ ਨਾਹਿਨ, ਤਹਿ ਜਾਨੋ ਤੁਮ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਣੀ। ਬਈ ਜਿਹੜਾ ਪ੍ਰਾਣੀ ਇਸ ਵਿਧੀ ਦੁਆਰਾ ਜਿਹਦੀ ਇਹ ਅਵਸਥਾ ਬਣ ਗਈ, ਉਹਨੂੰ ਕਹਿੰਦੇ ਤੁਸੀਂ ਜੀਵਨ ਮੁਕਤ ਸਮਝੋ। ਜਿਹਨੂੰ ਦੁੱਖ ਸੁੱਖ ਬੰਦਾ ਨਹੀਂ ਹੈ, ਜਿਹੜਾ ਇਹ ਉਸਤਤ ਨਿੰਦਾ ਦੋਵਾਂ ਦੇ ਉੱਪਰ, ਉਹਨੂੰ ਮੁਕਤ ਸਮਝੋ। ਇਸ ਲਈ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਵੀ ਇਸ ਅਵਸਥਾ ਵਿੱਚ ਜਾਣ ਵਾਸਤੇ ਇਹ ਰੱਬ ਨੂੰ ਦੱਸਦੇ ਵੀ ਨਾਲ ਨਾਲ ਸਿਮਰਨ ਤੇ ਗੁਰੂ ਦੀ ਮੱਤ। ਵੀ ਜਦੋਂ ਸਾਡਾ ਮਨ ਘਰ ਵਿੱਚ ਚਲਾ ਗਿਆ, ਸਹਿਜ ਵਿੱਚ ਚਲਾ ਗਿਆ, ਸਹਿਜ ਸਾਡਾ ਘਰ ਹੈ ਤੇ ਇਹਨੂੰ ਸਹਿਜ 'ਚ ਗਏ ਨੂੰ ਫਿਰ ਇਹ ਕੁਛ ਨਹੀਂ ਲੱਗਦਾ। ਇਹ ਫਿਰ ਸੰਸਾਰ ਦੀ ਉਸਤਤ ਨਿੰਦਾ ਤੋਂ ਉੱਪਰ ਉੱਠ ਗਿਆ, ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਗਿਆ, ਉੱਥੇ ਇਹਨੂੰ ਦੁੱਖ ਸੁੱਖ ਨਹੀਂ ਲੱਗੇਗਾ। ਜਿਸ ਨੂੰ ਮਾਰੇ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜੇ ਆਤਮ ਰਾਮ ਪ੍ਰਗਾਸ। ਵੀ ਇਸ ਅਵਸਥਾ ਦੇ ਵਿੱਚ ਜਿਹੜਾ ਗੁਰਮੁਖ ਚਲਾ ਗਿਆ ਸਹਿਜ ਦੇ ਵਿੱਚ, ਉਹ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਗਿਆ। ਤੇ ਇਸੇ ਨੂੰ ਹੀ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾ ਕੇ, ਕਾਂਚਨ ਮਾਟੀ ਮਾਨੇ। ਗੁਰੂ ਤੇਗ ਬਹਾਦਰ ਜੀ। ਵੀ ਜਿਹੜਾ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਗਿਆ, ਜਿਹਨੂੰ ਕਾਂਚਨ ਸੋਨਾ ਤੇ ਮਿੱਟੀ ਇੱਕ ਬਰਾਬਰ, ਦੁੱਖ ਸੁੱਖ ਇੱਕ ਬਰਾਬਰ। ਜੋ ਨਰ ਦੁੱਖ ਮੇ ਦੁੱਖ ਨਹੀਂ ਜਾਣੇ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ, ਜਿਹਨੂੰ ਕਿਸੇ ਕਿਸਮ ਦਾ ਕੋਈ ਭੈ ਨਹੀਂ, ਕੋਈ ਡਰ ਨਹੀਂ। ਸੋ ਇਸ ਅਵਸਥਾ ਦੇ ਵਿੱਚ ਮਨ ਫੇਰ ਹੀ ਜਾਂਦਾ ਜਦੋਂ ਇਹ ਸਹਿਜ 'ਚ ਸਮਾਉਂਦਾ। ਜਦੋਂ ਇਹ ਆਪਣੇ ਘਰ ਜਾਂਦਾ ਫਿਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ। ਜਾ ਕੇ ਇੱਧਰ ਬਗਾਨੇ ਘਰ ਕਾਲ ਦੇ ਦੇਸ਼ ਵਿੱਚ, ਉਹਨਾਂ ਸਮੇਂ ਨੂੰ ਦੁੱਖ ਵੀ ਹੈ, ਸੁੱਖ ਵੀ ਹੈ। ਉਹਨਾਂ ਸਮੇਂ ਨੂੰ ਭੈ ਵੀ ਨੇ, ਡਰ ਵੀ ਨੇ, ਚਿੰਤਾ ਵੀ ਆ, ਫਿਕਰ ਵੀ ਨੇ, ਫਿਰ ਇਹਨੂੰ ਸਾਰਾ ਕੁਛ। ਤੇ ਜੇ ਸਾਨੂੰ ਇੱਧਰ ਰਹਿ ਕੇ ਅਸੀਂ ਆਖੀਏ ਚਿੰਤਾ ਫਿਕਰਾਂ 'ਚ ਮੁਕਤਾਂ, ਤੇ ਫਿਰ ਅਸੀਂ ਮੁਕਤ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਸ ਅਵਸਥਾ ਦੇ ਵਿੱਚ ਅਸੀਂ ਮਨ ਨੂੰ ਲੈ ਕੇ ਜਾਣਾ ਸਹਿਜ ਦੇ ਵਿੱਚ। ਤੇ ਸਤਿਗੁਰੂ ਕਹਿੰਦੇ ਵੀ ਗੁਰਮੁਖ ਫਿਰ ਜਦੋਂ ਸਹਿਜ ਵਿੱਚ ਚਲੇ ਗਏ, ਜਿਹਨਾਂ ਨੂੰ ਪੂਰੀ ਜੁਗਤੀ ਆ ਗਈ, ਉਹ ਫਿਰ ਇਸ ਤਰ੍ਹਾਂ ਮਾਲਕ ਦੇ ਵਿੱਚ ਸਮਾ ਜਾਂਦੇ, ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ। ਇਸੇ ਤਰ੍ਹਾਂ ਹੀ ਉਹਨਾਂ ਦਾ ਮਨ ਜੋਤ ਦੇ ਵਿੱਚ ਜੋਤ ਸਮਾ ਜਾਂਦੀ ਤੇ ਸਦਾ ਵਾਸਤੇ ਮਾਲਕ 'ਚ ਲੀਨ ਹੋ ਜਾਂਦੇ। ਰਮਾਉਂਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹਿ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ।
ਜਿਵੇਂ ਪਾਣੀ ਦਾ ਸੰਗ, ਪਾਣੀ ਦੇ ਵਿੱਚ ਪਾਣੀ ਲੀਨ ਹੋ ਗਿਆ, ਸਮਾ ਗਿਆ, ਅਤੇ ਅਸੀਂ ਉਹਨੂੰ ਬਾਹਰ ਨਹੀਂ ਕੱਢ ਸਕਦੇ। ਜਿਹੜਾ ਪਾਣੀ ਇੱਕ ਵਾਰ, ਜਿਵੇਂ ਚਾਹੇ ਥੋੜ੍ਹਾ ਪਾਣੀ ਆ, ਉਹਨੂੰ ਆਪਾਂ ਜ਼ਿਆਦਾ ਪਾਣੀ ਦੇ ਵਿੱਚ ਪਾ ਦਈਏ ਅਤੇ ਫਿਰ ਆਖੀਏ ਵੀ ਉਹਨੂੰ ਪਾਣੀ ਉਸ ਤੇ ਨੂੰ ਹੀ ਬਾਹਰ ਕੱਢੀਏ, ਅਤੇ ਉਹਨੂੰ ਨਹੀਂ ਕੱਢ ਸਕਦੇ, ਕਿਉਂਕਿ ਉਹਦੇ ਵਿੱਚ ਹੀ ਲੀਨ ਹੋ ਗਿਆ, ਵਿੱਚ ਹੀ ਸਮਾ ਗਿਆ, ਉਹਦੇ ਵਰਗਾ ਹੀ ਹੋ ਗਿਆ, ਉਹਦੇ ਵਿੱਚ ਹੀ। ਉਹ ਇਸੇ ਤਰ੍ਹਾਂ ਹੀ ਫਿਰ ਸਾਡਾ ਮਨ ਹੈ ਜੋ ਜਦੋਂ ਮਾਲਕ 'ਚ ਲੀਨ ਹੋ ਜਾਂਦਾ, ਫਿਰ ਅਸੀਂ ਉਹਨੂੰ ਵੱਖ ਨਹੀਂ ਕਰ ਸਕਦੇ। ਸੰਸਾਰ ਦੇ ਵਿੱਚ ਜੀਵ ਕਿੰਨਾ ਵੀ ਵੱਖ ਕਰਨ ਦੀ ਕੋਸ਼ਿਸ਼ ਕਰਨ, ਉਹ ਫਿਰ ਕਰ ਨਹੀਂ ਸਕਦੇ। ਇਹੀਓ ਕਾਰਨ ਸੀ ਵੀ ਗੁਰਸਿੱਖਾਂ ਨੂੰ, ਗੁਰੂ ਸਾਹਿਬਾਨਾਂ ਨੂੰ, ਜਿਹੜੇ ਅਗਿਆਨਤਾ ਵਸ ਜੀਵ ਸੀ, ਉਹ ਫਿਰ ਵੱਖ ਕਰਨਾ ਚਾਹੁੰਦੇ ਸੀ ਬਈ ਕਿਵੇਂ ਨਾ ਕਿਵੇਂ ਇਹਨਾਂ ਦਾ ਧਿਆਨ ਟੁੱਟੇ, ਇਹਨਾਂ ਨੂੰ ਵੱਖ ਕਰੀਏ, ਅਤੇ ਜਿਹੜੇ ਸਮਾ ਗਏ ਉਹਨਾਂ ਨੂੰ ਫਿਰ ਵੱਖ ਨਹੀਂ ਕੀਤਾ ਜਾ ਸਕਦਾ। ਅਤੇ ਵੱਖ ਕਰਨ ਵਾਸਤੇ ਇਹਨਾਂ ਨੇ ਫਿਰ ਵੱਖੋ ਵੱਖਰੀਆਂ ਸਜ਼ਾਵਾਂ, ਬਈ ਜਿਵੇਂ ਗੁਰਸਿੱਖਾਂ ਨੂੰ, ਗੁਰੂ ਸਾਹਿਬ ਨੂੰ ਇਹਨਾਂ ਨੇ ਸ਼ਹਾਦਤ ਦਿੱਤੀ, ਸੀਸ ਧੜ ਤੋਂ ਅਲੱਗ ਕਰ ਦਿੱਤਾ ਵੀ ਇਹਨਾਂ ਦੀ ਲਿਵ ਟੁੱਟੇ, ਇਹਨਾਂ ਨੂੰ ਵੱਖ ਕਰੀਏ, ਅਤੇ ਨਹੀਂ ਕਰ ਸਕੇ। ਗੁਰਸਿੱਖਾਂ ਨੂੰ ਦੇਗਿਆਂ ਦੇ ਵਿੱਚ ਵਾਲਿਆ ਗਿਆ, ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ, ਪਰ ਉਹਨਾਂ ਨੂੰ ਵੱਖ ਨਹੀਂ ਕਰ ਸਕੇ। ਉਹ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਵੀ ਜਿਹੜੇ ਗੁਰਮੁਖ ਮਿਲ ਗਏ ਮਾਲਕ ਨੂੰ, ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਪੈਂਦਾ। ਮਹਾਰਾਜ ਫਰਮਾਉਂਦੇ, ਨਾਨਕ ਗੁਰਮੁਖ ਮਿਲ ਰਹੀ ਹੈ, ਫਿਰ ਵਿਛੋੜਾ ਕਦੇ ਨਾ ਹੋਈ। ਬਈ ਇੱਕ ਵਾਰ ਅਸੀਂ ਮਿਲ ਗਏ ਮਾਲਕ ਨੂੰ, ਅਤੇ ਫਿਰ ਸਾਡਾ ਵਿਛੋੜਾ ਨਹੀਂ ਪੈਂਦਾ। ਸਾਡਾ ਮਨ ਇੱਕ ਵਾਰ ਲੀਨ ਹੋ ਗਿਆ, ਫਿਰ ਵਿਛੋੜਾ ਨਹੀਂ। ਫਿਰ ਸੰਸਾਰ ਦੇ ਵਿੱਚ ਕੁਛ ਵੀ ਹੋਈ ਜਾਵੇ, ਅਤੇ ਜਿਵੇਂ ਜੀਵਾਂ ਨੇ ਹੱਦ ਕਰ ਦਿੱਤੀ ਜ਼ੁਲਮ ਵਾਲੀ, ਬਈ ਕਿਵੇਂ ਨਾ ਕਿਵੇਂ ਇਹਨਾਂ ਨੂੰ ਵੱਖ ਕੀਤਾ ਜਾਵੇ, ਅਲੱਗ ਕੀਤਾ ਜਾਵੇ, ਤੋੜਿਆ ਜਾਵੇ, ਪਰ ਨਹੀਂ ਤੋੜ ਸਕੇ। ਕਿਉਂਕਿ ਜਦੋਂ ਮਨ ਸਹਿਜ ਵਿੱਚ ਚਲਾ ਗਿਆ, ਸਹਿਜ ਦੀ ਕੋਈ ਹੱਦਬੰਦੀ ਨਹੀਂ। ਜਿੰਨਾ ਅਸੀਂ ਕਮਾਈ ਕਰੀ ਜਾਂਦੇ ਸਹਿਜ ਵਿੱਚ, ਓਨਾ ਹੀ ਉਤਰੀ ਜਾਂਦੇ, ਓਨਾ ਹੀ ਅੱਗੇ ਸਹਿਜ ਦੇ ਵਿੱਚ ਤੁਰਿਆ ਜਾਂਦਾ। ਇਸ ਵਾਸਤੇ ਫਿਰ ਇਹਨੂੰ ਕਹਿੰਦੇ ਸੱਚਾ ਪ੍ਰੇਮ, ਸੱਚੀ ਆਸ਼ਕੀ ਮਾਲਕ ਦੇ ਨਾਲ, ਵਾਹਿਗੁਰੂ ਦੇ ਨਾਲ। ਵੀ ਇਹ ਜਿਹੜਾ ਪਿਆਰ ਸੱਚਾ, ਸੱਚ ਦਾ, ਇਹ ਕਦੇ ਟੁੱਟਦਾ ਨਹੀਂ। ਇਹ ਨਾ ਜਿਉਂਦਿਆਂ ਦਾ ਟੁੱਟੇ, ਨਾ ਮਰਨ ਤੋਂ ਬਾਅਦ ਟੁੱਟੇ। ਇਸੇ ਨੂੰ ਫਿਰ ਮਾਰੇ ਕਹਿੰਦੇ, ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈਏ, ਅੰਦਨ ਰਹੇ ਆਨੰਦ, ਨਾਨਕ ਸਹਿਜ ਸਮਾਈਏ। ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਏ, ਕਬੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈਏ। ਵੀ ਇਹ ਐਸੀ ਪ੍ਰੀਤ, ਐਸਾ ਪ੍ਰੇਮ ਹੈ ਜਿਹਦੇ ਵਿੱਚ ਕਦੇ ਭੰਗ ਨਹੀਂ ਪੈਂਦੀ, ਜਿਹੜਾ ਕਦੇ ਟੁੱਟਦਾ ਨਹੀਂ, ਜਿਹਨੂੰ ਕੋਈ ਹੋਰ ਤੋੜ ਨਹੀਂ ਸਕਦਾ। ਇਸ ਵਾਸਤੇ ਫਿਰ ਇੱਕ ਵਾਰ ਜਦੋਂ ਸਾਡੀ ਮਾਲਕ ਨਾਲ ਲੱਗ ਗਈ ਪ੍ਰੀਤ, ਫਿਰ ਉਹ ਕਿਸੇ ਦੇ ਤੋੜਿਆਂ ਟੁੱਟਦੀ ਨਹੀਂ। ਮਹਾਰਾਜ ਕਹਿੰਦੇ, ਮੂਲ ਆਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੂਟੇ, ਛੋੜੀ ਨਾ ਛੂਟੇ, ਐਸੀ ਮਾਧੋ ਖਿੰਚਤ ਨਹੀਂ। ਫਿਰ ਉਹ ਤੋੜਿਆਂ ਟੁੱਟਦੀ ਨਹੀਂ, ਛੱਡਿਆਂ ਛੱਡੀ ਨਹੀਂ ਜਾਂਦੀ। ਸੋ ਇਸ ਤਰ੍ਹਾਂ ਫਿਰ ਆਪਣੇ ਮਨ ਨੂੰ ਸਮਝਾਉਂਦੇ ਵੀ ਤੂੰ ਵੀ ਇਹ ਮਾਲਕ ਦੇ ਨਾਲ ਪ੍ਰੀਤ ਕਰ, ਪ੍ਰੇਮ ਪਾ। ਹੁਣ ਇਹ ਪ੍ਰੀਤ, ਇਹ ਪ੍ਰੇਮ ਸਾਡਾ ਇਹ ਨਹੀਂ ਵੀ ਅਸੀਂ ਕੋਈ ਸੰਸਾਰ ਦੀ ਵਸਤੂ ਦੇ ਕੇ ਪਾ ਲਈਏ, ਇਹਦਾ ਨਹੀਂ ਪੈਂਦਾ।
ਇਹ ਪ੍ਰੀਤ ਇੱਦਾਂ ਨਹੀਂ ਮਿਲਦੀ ਸੰਸਾਰ ਦੀਆਂ ਚੀਜ਼ਾਂ ਦੇਖ ਕੇ, ਵਸਤੂਆਂ ਦੇਖ ਕੇ। ਉਹਦੇ ਵਾਸਤੇ ਸਾਨੂੰ ਆਪਾਂ ਸਮਰਪਣ ਕਰਨਾ ਪੈਂਦਾ ਗੁਰੂ ਦੇ ਅੱਗੇ, ਮਨ ਦੇਣਾ ਪੈਂਦਾ, ਫਿਰ ਇਹ ਪ੍ਰੀਤ ਪੈਂਦੀ। ਇਸ ਲਈ ਮਹਾਰਾਜ ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਵੀ ਕੰਚਨ ਦੇ ਨਾਲ ਤੋਲ ਕੇ ਸੋਨਾ ਵੀ ਦਈਏ ਤੇ ਤਾਂ ਨਹੀਂ ਮਿਲਦੀ। ਅਸੀਂ ਆਖੀਏ ਵੀ ਬਹੁਤਾ ਪੁੰਨ ਦਾਨ ਕਰਕੇ, ਜ਼ਮੀਨ ਜਾਇਦਾਦ ਦੇ ਕੇ, ਹੋਰ ਸੰਸਾਰ ਦੇ ਪਦਾਰਥ ਦੇ ਕੇ ਸਾਡੀ ਪ੍ਰੀਤ ਪੈ ਜੇ, ਨਹੀਂ ਪੈਂਦੀ। ਇਹ ਪ੍ਰੀਤ ਸਾਡੀ ਫੇਰ ਪੈਂਦੀ ਜਦੋਂ ਅਸੀਂ ਗੁਰੂ ਅੱਗੇ ਆਪਾਂ ਸਮਰਪਣ ਕਰ ਦਿੰਦੇ ਹਾਂ, ਫਿਰ ਇਹ ਸਾਨੂੰ ਪ੍ਰੀਤ ਮਿਲਦੀ, ਮਾਲਕ ਦਾ ਪ੍ਰੇਮ। ਤਾਂਹੀਓ ਮਹਾਰਾਜ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ, ਮੈਂ ਤੋਂ ਮੋਲ ਮਹਿੰਗੀ ਲਈ ਜੀ ਛਟੇ। ਵੀ ਕੀ ਦਿੱਤਾ ਇਹ ਪ੍ਰੀਤ ਦੇ ਬਦਲੇ? ਉਹ ਕਹਿੰਦੇ ਆਪਦਾ ਜੀ ਦਿੱਤਾ, ਆਪਦਾ ਮਨ ਦਿੱਤਾ, ਆਪਾਂ ਸਮਰਪਣ ਕਰ ਦਿੱਤਾ। ਵੀ ਫਿਰ ਇਹ ਪ੍ਰੀਤ ਮਿਲਦੀ, ਉਦੋਂ ਤਾਂ ਮਿਲਦੀ ਨਹੀਂ। ਸੋ ਇਸ ਵਾਸਤੇ ਸਭ ਤੋਂ ਵੱਡੀ ਜਿਹੜੀ ਦਾਤ ਇਹ ਫਿਰ ਹੈ ਮਾਲਕ ਦੀ ਪ੍ਰੀਤ, ਮਾਲਕ ਦਾ ਪ੍ਰੇਮ। ਬਈ ਸਾਡਾ ਜਿਹੜਾ ਮਾਲਕ ਦੇ ਨਾਲ ਕਿਤੇ ਪ੍ਰੇਮ ਪੈ ਜੇ, ਕਿਤੇ ਉਹਦੇ ਨਾਲ ਸਾਡੀ ਪ੍ਰੀਤ ਪੈ ਜੇ, ਫਿਰ ਕੋਈ ਦੁੱਖ ਨਹੀਂ ਹੈ। ਫਿਰ ਸੰਸਾਰ ਦੀ ਕੋਈ ਐਸੀ ਸ਼ੈ ਹੀ ਨਹੀਂ, ਐਸੀ ਕੋਈ ਚੀਜ਼ ਹੀ ਨਹੀਂ ਜਿਹੜੀ ਸਾਨੂੰ ਦੁੱਖ ਦੇ ਸਕੇ। ਦੁਖੀ ਅਸੀਂ ਫੇਰ ਹੀ ਹਾਂ ਜਦੋਂ ਸਾਡਾ ਮਾਲਕ ਨਾਲ ਪ੍ਰੇਮ ਨਹੀਂ, ਉਹਦੇ ਨਾਲ ਸਾਡੀ ਪ੍ਰੀਤ ਨਹੀਂ, ਤੇ ਫਿਰ ਅਸੀਂ ਆਪ ਹੀ ਦੁੱਖ ਪੈਦਾ ਕਰ ਲੈਂਦੇ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਮਨ ਨੂੰ ਵੀ ਮਨ ਐਸੀ ਹਰਿ ਸਿਉ ਪ੍ਰੀਤ ਕਰ। ਬਈ ਜੋ ਇੱਦਾਂ ਦੀ ਪ੍ਰੀਤ ਕਰ, ਇੱਦਾਂ ਦਾ ਪ੍ਰੇਮ ਕਰ, ਬਈ ਮਾਲਕ ਤੈਨੂੰ ਭੁੱਲੇ ਨਾ, ਤੈਨੂੰ ਵਿਸਰੇ ਨਾ। ਸਾਡੇ ਮਾਲਕ ਹਿਰਦੇ ਵਿੱਚ, ਮਨ ਦੇ ਵਿੱਚ ਵਸ ਜੇ। ਜੇ ਵਸ ਜੇਗਾ ਤੇ ਸਾਨੂੰ ਭੁੱਲਣਾ ਹੀ ਨਹੀਂ, ਸਾਨੂੰ ਵਿਸਰਨਾ ਹੀ ਨਹੀਂ। ਉਹ ਇਸ ਵਾਸਤੇ ਫਿਰ ਜਿਨ੍ਹਾਂ ਦੇ ਮਨ 'ਚ ਵਸ ਗਿਆ ਉਹਨਾਂ ਨੂੰ ਫਿਰ ਕੋਈ ਭੁਲਾ ਨਾ ਸਕੇ, ਉਹਨਾਂ ਨੂੰ ਕੋਈ ਡਲਾ ਨਾ ਸਕੇ। ਉਹ ਡੋਲਦੇ ਨਹੀਂ ਜਿਨ੍ਹਾਂ ਦੇ ਹਿਰਦੇ 'ਚ ਵਸਦਾ। ਜੇ ਹੁਣ ਸਾਡੇ ਹਿਰਦੇ 'ਚ ਵਸਿਆ ਨਹੀਂ, ਅਸੀਂ ਇਹ ਖੇਲ ਨੂੰ ਸਮਝੇ ਨਹੀਂ, ਮਾਲਕ ਨਾਲ ਪ੍ਰੀਤ ਕੋਈ ਨਹੀਂ, ਫਿਰ ਤਾਂ ਸਾਡਾ ਮਨ ਡੋਲਦਾ ਹੀ ਡੋਲਦਾ। ਮਾਇਆ ਦੇ ਵਿੱਚ ਤਾਂ ਰੋਜ਼ ਡੋਲਦਾ। ਮਹਾਰਾਜ ਤਾਈਓ ਕਹਿੰਦੇ ਨਿਸ ਦਿਨ ਮਾਇਆ ਕਾਰਣੇ, ਪੁਰਾਣੀ ਡੋਲਤ ਨੀਤ, ਕੋਟਨ ਮੇ ਨਾਨਕ ਨਾਰਾਇਣ ਜਿਹ ਚੀਤ। ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਮਾਇਆ ਦੇ ਵਿੱਚ ਦਿਨ ਰਾਤ ਮਨ ਡੋਲਦਾ। ਕੋਈ ਕਰੋੜਾਂ ਦੇ ਵਿੱਚੋਂ ਗੁਰਮੁਖ ਜਿਹਦੇ ਚਿੱਤ ਦੇ ਵਿੱਚ ਮਾਲਕ ਵਸਿਆ, ਕੋਟਨ ਮੇ ਨਾਨਕ ਨਾਰਾਇਣ ਜਿਹ ਚੀਤ। ਵੀ ਜਿਹਦੇ ਚਿੱਤ ਦੇ ਵਿੱਚ ਨਾਰਾਇਣ ਵਾਹਿਗੁਰੂ ਵਸੇ, ਉਹ ਨਹੀਂ ਮਨ ਡੋਲਦਾ, ਬਾਕੀ ਤਾਂ ਸਭ ਡੋਲਦੇ ਮਾਇਆ ਦੇ ਵਿੱਚ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦ ਤੱਕ ਤਾਂ ਮਨ ਮਾਇਆ 'ਚ ਰਹੇਗਾ ਨੇ ਡੋਲਦਾ ਹੀ ਰਹਿਣਾ, ਤੇ ਜਦੋਂ ਇਹ ਨਾਮ ਦੇ ਨਾਲ ਜੁੜ ਗਿਆ, ਸੱਚ ਦੇ ਨਾਲ ਜੁੜ ਗਿਆ, ਫਿਰ ਇਹ ਸਥਿਰ ਹੋ ਜਾਂਦਾ। ਮਨ ਨੂੰ ਟਿਕਣ ਵਾਸਤੇ ਕੋਈ ਨਾ ਕੋਈ ਆਸਰਾ ਚਾਹੀਦਾ। ਹੁਣ ਨਾ ਗਿਆਨ ਹੋਣ ਕਰਕੇ ਸੱਚ ਦਾ, ਨਾਮ ਦਾ, ਇਹ ਇੱਧਰ ਆਸਰੇ ਝੂਠੇ ਬਣਾ ਲੈਂਦਾ, ਤੇ ਝੂਠੇ ਆਸਰੇ ਜਿਹੜੇ ਉਹਨਾਂ ਦੇ ਨਾਲ ਮਨ ਟਿਕਦਾ ਨਹੀਂ। ਉਹ ਅਸੀਂ ਕਿੰਨੇ ਵੀ ਬਣਾ ਲਈਏ, ਇਹ ਤਾਂ ਝੂਠੇ ਹੀ ਨੇ। ਇਹ ਉਹ ਤਾਂ ਕਰਕੇ ਮਨ ਦੀ ਸੰਤੁਸ਼ਟੀ ਨਹੀਂ ਹੁੰਦੀ, ਮਨ ਦੀ ਤਸੱਲੀ ਨਹੀਂ ਹੁੰਦੀ, ਇਸ ਕਰਕੇ ਡੋਲਦਾ ਰਹਿੰਦਾ ਫਿਰ ਵੀ। ਤਾਈਓ ਮਾਰੇ ਕਹਿੰਦੇ ਅਸੀਂ ਮਿੱਤਰ ਬੜੇ ਬਣਾਏ ਘਨੇਰੇ, ਪਰ ਮਨ ਦਾ ਦੁੱਖ ਨਾ ਘਟੇ, ਮਨ ਦੇ ਸਹਿੰਸੇ ਫਿਕਰ ਨਾ ਘਟੇ। ਸਤਿਗੁਰੂ ਕਹਿੰਦੇ ਮਿੱਤਰ ਘਨੇਰੇ ਕਰ ਸਕੀ, ਮੇਰਾ ਦੁੱਖ ਘਾਟੇ ਕੋਈ। ਵੀ ਬੜੇ ਘਨੇਰੇ ਮਿੱਤਰ ਕੀਤੇ, ਬੜੇ ਬਣਾਏ,
ਪਰ ਮਨ ਦਾ ਦੁੱਖ ਤਾਂ ਘਟੇ ਹੀ ਨਾ, ਕਿਉਂਕਿ ਉਹ ਆਸਰੇ ਝੂਠੇ ਸੀ। ਫਿਰ ਕਦੋਂ ਦੁੱਖ ਘਟਿਆ? ਮਿਲ ਪ੍ਰੀਤਮ ਦੁੱਖ ਘਟਿਆ, ਸ਼ਬਦ ਮਿਲਾਵਾ ਹੋਈ। ਵੀ ਜਦੋਂ ਸ਼ਬਦ ਦੇ ਨਾਲ ਸੁਰਤੀ ਜੁੜ ਗਈ, ਮਾਲਕ ਨਾਲ ਜੁੜ ਗਏ, ਤੇ ਸਾਰੇ ਦੁੱਖ ਹੀ ਖਤਮ ਹੋ ਗਏ ਮਨ ਦੇ। ਕਿਉਂਕਿ ਮਨ ਨੂੰ ਜਿਹੜਾ ਆਸਰਾ ਸੀ ਉਹ ਸੱਚਾ ਮਿਲ ਗਿਆ, ਨਾਮ ਦੀ ਟੇਕ ਮਿਲ ਗਈ, ਤੇ ਮਨ ਸਥਿਰ ਹੋ ਗਿਆ। ਬਾਕੀ ਟੇਕਾਂ ਇੱਧਰ ਝੂਠੀਆਂ ਸੀ, ਤਾਂ ਕਰਕੇ ਡੋਲਦਾ ਸੀ। ਇਸੇ ਲਈ ਮਹਾਰਾਜ ਕਹਿੰਦੇ ਮਨ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕੇ ਭਗਵਾਨ। ਬਈ ਇੱਧਰ ਜਿਹੜੀ ਟੇਕ ਝੂਠੀ ਹੈ, ਮਾਲਕ ਦੀ ਟੇਕ ਰੱਖੋ, ਉਹਨੂੰ ਮਨ ਦਾ ਆਸਰਾ ਬਣਾਓ, ਤੇ ਫਿਰ ਮਨ ਸਥਿਰ ਹੁੰਦਾ। ਆਓ ਹੁਣ ਮਨ ਨੂੰ ਸਥਿਰ ਕਰਨ ਵਾਸਤੇ ਜੋ ਆਪਾਂ ਨੂੰ ਗੁਰੂ ਤੇਗ ਬਹਾਦਰ ਜੀ ਬੜੇ ਪ੍ਰੇਮ ਦੇ ਨਾਲ ਕਹਿੰਦੇ ਵੀ ਤੁਸੀਂ ਹੁਣ ਹਰੀ ਦਾ ਜਸ ਕਰੋ, ਮਾਲਕ ਦਾ ਸਿਮਰਨ ਕਰੋ। ਸਮਾਂ ਸਾਡਾ ਬੀਤਦਾ ਜਾ ਰਿਹਾ, ਤੇ ਕਹਿੰਦੇ ਸਾਡਾ ਕਹਿਣਾ ਮੰਨ ਲਓ, ਸਾਡਾ ਵਚਨ ਮੰਨ ਲਓ। ਰਮਾਉਂਦੇ ਹਰ ਜਸ ਰੇ ਮਨ ਗਾਇਲੇ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਾ ਮੰਨ ਲੈ ਮੇਰੋ। ਹੁਣ ਆਪਾਂ ਜੋ ਇਹ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਂਦੇ ਹਾਂ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਤੇ ਉਹਨਾਂ ਦਾ ਜੇ ਅਸੀਂ ਵਚਨ ਵੀ ਮੰਨ ਲਈਏ, ਤੇ ਸਾਡਾ ਭਾਰਤ ਤਾਰਾ ਸੱਚੀ। ਹੁਣ ਆਪਾਂ ਨੂੰ ਕਹਿੰਦੇ ਵੀ ਸਾਡਾ ਕਹਿਣਾ ਮੰਨੋ, ਕੀ ਕਰੀਏ? ਉਹ ਕਹਿੰਦੇ ਸਿਮਰਨ ਕਰੋ। ਤੇ ਆਓ ਹੁਣ ਆਪਾਂ ਉਹਨਾਂ ਦਾ ਵਚਨ ਮੰਨੀਏ, ਜੋ ਸਾਨੂੰ ਉਹ ਕਰਨ ਨੂੰ ਕਹਿ ਰਹੇ ਆਪਾਂ ਉਹ ਕਰੀਏ, ਤਾਂ ਕਿ ਸਤਿਗੁਰੂ ਆਪਣੇ 'ਤੇ ਵੀ ਕਿਰਪਾ ਕਰਨ, ਵੀ ਆਪਣੀ ਵੀ ਪ੍ਰੀਤ ਮਾਲਕ ਦੇ ਨਾਲ, ਵਾਹਿਗੁਰੂ ਨਾਲ ਲੱਗ ਜੇ, ਆਪਣਾ ਮਨ ਵੀ ਜੁੜ ਜੇ, ਤਾਂ ਕਿ ਡੋਲੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਵੀ ਆਪਾਂ ਅਭਿਆਸ ਕਰਦੇ ਹਾਂ ਫਿਰ ਆਪਣਾ ਮਨ ਇਹਨਾਂ ਵਿਚਾਰਾਂ ਤੋਂ ਫੁਰਨਿਆਂ ਤੋਂ ਭਰ ਉੱਠਦਾ। ਜਦੋਂ ਅਸੀਂ ਮਨ ਨੂੰ ਸ਼ਬਦ ਦਾ ਆਸਰਾ ਦੇਵਾਂਗੇ ਫਿਰ ਸਾਡਾ ਮਨ ਡੋਲੇਗਾ। ਨਹੀਂ ਤਾਂ ਜਦ ਤੱਕ ਸ਼ਬਦ ਦਾ ਮਨ ਨੂੰ ਆਸਰਾ ਨਹੀਂ ਦਿੰਦੇ ਫਿਰ ਇਹ ਡੋਲਦਾ ਰਹਿੰਦਾ। ਤਾਂਹੀਓ ਸੰਸਾਰ ਵਿੱਚ ਜੀਵ ਜਿੰਨਾ ਮਰਜ਼ੀ ਜੋ ਕੁਝ ਮਰਜ਼ੀ ਇਕੱਠਾ ਕਰ ਲਵੇ ਫਿਰ ਵੀ ਉਹਦਾ ਮਨ ਨਹੀਂ ਟਿਕਦਾ, ਕਿਉਂਕਿ ਮਨ ਵਾਸਤੇ ਉਹ ਆਸਰਾ ਨਹੀਂ ਹੈ। ਮਨ ਨੂੰ ਜਿਹੜਾ ਆਸਰਾ ਉਹ ਸਿਰਫ ਨਾਮ ਦਾ ਹੈ। ਇਸ ਲਈ ਮਾਰੇ ਫਰਮਾਉਂਦੇ ਜੀਅੜੇ ਓਲਾ ਨਾਮਕ ਅਵਰ ਜੇ ਕਰਨ ਕਰਾਵਣੋ ਤਾਂ ਮੈਂ ਭੌਰੇ ਜਾਮਕ। ਬਈ ਹੋਰ ਜੇ ਤੂੰ ਅਵਰ ਕਾਜ ਕਰੇਂਗਾ ਇਹਦੇ ਵਿੱਚ ਜਮਾਂ ਦਾ ਭੈ ਜਮਾਂ ਦਾ ਡਰ ਹੈ, ਤੇਰੇ ਸਹੀ ਸਹੀ ਫਿਕਰ ਚਿੰਤਾਵਾਂ ਤੇਰੇ ਦੁੱਖ ਖਤਮ ਨਹੀਂ ਹੋਣ। ਜੇ ਤੂੰ ਨਾਮ ਨੂੰ ਆਪਣਾ ਆਸਰਾ ਬਣਾ ਲਏਂਗਾ ਤੇ ਤੈਨੂੰ ਕੋਈ ਦੁੱਖ ਨਹੀਂ ਰਹਿਣਾ, ਤੇਰੇ ਸਹੀ ਸਹੀ ਫਿਕਰ ਡਰ ਸਭ ਖਤਮ ਹੋ ਜਾਣੇ। ਉਹ ਇਸ ਵਾਸਤੇ ਆਪਾਂ ਨੂੰ ਸਤਿਗੁਰੂ ਫਿਰ ਇਹੋ ਸਮਝਾਉਂਦੇ ਗੁਰੂ ਤੇਗ ਬਹਾਦਰ ਜੀ ਵੀ ਇਹ ਜਿਹੜਾ ਸੰਸਾਰ ਹੈ ਮਿਥਿਆ ਇਹ ਇੱਕ ਸੁਪਨਾ ਹੈ। ਵੀ ਤੁਸੀਂ ਸੁਪਨਾ ਨਾ ਦੇਖੋ, ਜਾਗੋ ਤੇ ਜਾ ਕੇ ਅਸਲੀਅਤ ਦੇਖੋ, ਸੱਚ ਨੂੰ ਦੇਖੋ। ਸੁਪਨਾ ਆਪਾਂ ਦੇਖਦੇ ਵੀ ਸੁੱਤਿਆਂ ਨੂੰ ਆਉਂਦਾ, ਜਾਗਦਿਆਂ ਨੂੰ ਤਾਂ ਆਉਂਦਾ ਨਹੀਂ। ਸਾਡੇ ਮਨ ਸੁੱਤੇ ਨੇ ਸੁਪਨਾ ਦੇਖ ਰਹੇ ਨੇ। ਜੇ ਮਨ ਜਾਗ ਪਏਗਾ ਤੇ ਸੁਪਨਾ ਖਤਮ ਹੋ ਜਾਏਗਾ। ਫਿਰ ਇਹ ਸੁਪਨਾ ਨਹੀਂ ਦੇਖੇਗਾ, ਫਿਰ ਇਹ ਸੱਚ ਨੂੰ ਦੇਖੇਗਾ ਮਾਲਕ। ਜਦੋਂ ਸੁੱਤਾ ਤੇ ਸੁਪਨਾ ਦੇਖਦਾ, ਸੁਪਨੇ ਦੇ ਵਿੱਚ ਚੱਲਦਾ। ਉਹ ਇਸ ਵਾਸਤੇ ਫਿਰ ਮਨ ਨੂੰ ਕਹਿੰਦੇ ਵੀ ਤੂੰ ਸੁੱਤਾ ਨਾ ਰਹੇ, ਜਾਗ
ਤੇ ਜਾ ਕੇ ਤੂੰ ਆਪਦੇ ਘਰ ਦੀ ਪਹਿਚਾਣ ਕਰ, ਮਾਲਕ ਦੀ ਪਹਿਚਾਣ ਕਰ। ਸੋ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਹੈ, ਤਾਂ ਕਿ ਸਾਡੇ ਮਨ ਨੂੰ ਸੋਝੀ ਆ ਸਕੇ, ਗਿਆਨ ਹੋ ਸਕੇ ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ। ਇਹ ਜੋ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਦਿੱਤਾ ਮਹਾਂਪੁਰਖਾਂ ਨੇ, ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡੇ ਜੀਵਨ ਦਾ ਮਨੋਰਥ ਹੈ ਮਾਲਕ ਨੂੰ ਮਿਲਣਾ, ਗੁਰਬਾਣੀ ਗੁਰੂ ਆਪਾਂ ਨੂੰ ਭੇਦ ਦੇ ਰਹੇ ਤੇ ਕਿ ਉਹ ਭੇਦ ਗੁਰਮੁਖਾਂ ਨੇ ਆਪਾਂ ਨੂੰ ਬੜਾ ਸੌਖਾ ਕਰਕੇ ਦਿੱਤਾ ਹੈ, ਅਤੇ ਉਸੇ ਗਿਆਨ ਨੂੰ ਆਪਾਂ ਵਾਰ ਵਾਰ ਦ੍ਰਿੜ ਕਰਦੇ ਹਾਂ ਤਾਂ ਕਿ ਸਾਡਾ ਮਨ ਮੰਨ ਜਾਵੇ, ਇਹ ਗਿਆਨ ਸਾਡੇ ਹਿਰਦੇ 'ਚ ਮਨ 'ਚ ਵਸ ਜਾਵੇ ਅਤੇ ਆਪਦੇ ਜੀਵਨ ਦਾ ਲਾਹਾ ਕੱਢੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।